ਸਮਾਜਿਕ ਦੀ ਕਲਾਸ ਵਿੱਚ ਅੱਜ ਫਿਰ ਤੋਂ ਬੱਚਿਓ ਤੁਹਾਡਾ ਸਵਾਗਤ ਹੈ। ਅੱਜ ਅਸੀਂ 9ਵੀਂ ਜਮਾਤ ਦਾ ਪਾਠ 2 ਭੂਗੋਲ ਦਾ 2A ਭਾਰਤ ਧਰਾਤਲ ਭੂ ਆਕ੍ਰਿਤੀਆਂ ਇਹਦੇ ਪ੍ਰਸ਼ਨ ਉੱਤਰ ਕਰਾਂਗੇ ਔਰ ਇਸ ਤੋਂ ਪਹਿਲਾਂ ਇਹਨੂੰ ਮਾਈਂਡ ਮੈਪਾਂ ਰਾਹੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹ ਬੱਚਿਓ ਤੁਹਾਡੇ ਜੁਲਾਈ ਅਗਸਤ ਦੇ ਸਿਲੇਬਸ ਦਾ ਪਹਿਲਾ ਪਾਠ ਹੈਗਾ। ਅਪ੍ਰੈਲ ਮਈ ਦਾ ਜਿਹੜਾ ਸਾਡਾ ਸਿਲੇਬਸ ਆ ਬੱਚਿਓ ਸਾਰਾ ਕੰਪਲੀਟ ਹੋ ਚੁੱਕਿਆ। ਜੇ ਤੁਹਾਡੇ ਕੋਲੋਂ ਕੋਈ ਲੈਸਨ ਰਹਿ ਗਿਆ ਹੋਵੇ, ਉਹਦੇ ਪ੍ਰਸ਼ਨ ਉੱਤਰ ਰਹਿ ਗਏ ਹੋਣ ਜਾਂ ਮਾਈਂਡ ਮੈਪ ਰਹਿ ਗਏ ਹੋਣ ਤਾਂ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਉਹਨਾਂ ਸਾਰੀਆਂ ਵੀਡੀਓ ਦਾ ਲਿੰਕ ਪਾ ਦੂੰਗੀ। ਤੁਸੀਂ ਉੱਥੋਂ ਜਿਹੜਾ ਆਪਣਾ ਲੈਸਨ ਆ ਜਿਹੜਾ ਕੰਪਲੀਟ ਕਰ ਸਕਦੇ ਹੋ। ਤਾਂ ਇਹਦੇ ਵਿੱਚ ਤੁਸੀਂ ਪਹਿਲਾਂ ਦੇਖ ਰਹੇ ਹੋ ਆਪਣੇ ਭਾਰਤ ਦਾ ਜਿਹੜਾ ਨਕਸ਼ਾ ਹੈਗਾ, ਉਹਦੀ ਵੰਡ ਹੈ ਦਿੱਤੀ ਹੋਈ। ਅਲੱਗ-ਅਲੱਗ ਥਾਰ ਡੈਜ਼ਰਟ ਜਿਵੇਂ ਹਿਮਾਲਿਆਜ਼ ਸਾਰੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਗੇ ਅਸੀਂ ਗੱਲ ਕਰਾਂਗੇ ਸਾਡੀਆਂ ਭੂ ਆਕ੍ਰਿਤੀਆਂ ਬਾਰੇ। ਭਾਰਤ ਹੈ ਬੱਚਿਓ ਜਿਹੜਾ ਸਾਡਾ ਉਹ ਭੂ ਆਕ੍ਰਿਤੀਆਂ ਨਾਲ ਭਰਪੂਰ ਦੇਸ਼ ਹੈ। ਇਹਦੇ ਉੱਤਰ ਵਿੱਚ ਵਿਸ਼ਾਲ ਤੇ ਮੁਕਾਬਲਤਨ ਘੱਟ ਪ੍ਰਾਚੀਨ ਜਾਂ ਜਵਾਨ ਹਿਮਾਲਿਆ ਪਰਬਤਾਂ ਦੀ ਲੜੀ ਹੈ। ਮੱਧ ਅਤੇ ਦੱਖਣ ਵਿੱਚ ਸੰਸਾਰ ਦੇ ਸਭ ਤੋਂ ਪੁਰਾਣੇ ਭੂ ਭਾਗਾਂ ਵਿੱਚੋਂ ਇੱਕ ਪ੍ਰਾਇਦੀਪੀ ਪਠਾਰ ਹੈ। ਭਾਰਤ ਦੇ ਕੁੱਲ ਖੇਤਰਫਲ ਦੇ 18.6% ਹਿੱਸੇ ਭੂ ਭਾਗ ਵਿੱਚ ਪਹਾੜੀਆਂ, 10.7% ਹਿੱਸੇ ਤੇ ਉੱਚੇ ਪਹਾੜ, 27.7% ਹਿੱਸੇ ਤੇ ਪ੍ਰਾਇਦੀਪੀ ਪਠਾਰ ਤੇ 43% ਹਿੱਸੇ ਦੇ ਵਿੱਚ ਜਿਹੜੇ ਮੈਦਾਨ ਨੇ। ਤੁਸੀਂ ਨਕਸ਼ੇ ਦੇ ਉੱਤੇ ਆ ਬੱਚਿਓ ਜਿਹੜਾ ਉਹ ਇਹਨੂੰ ਦੇਖ ਸਕਦੇ ਹੋ ਨਾਲ ਦੀ ਨਾਲ। ਇਸ ਤੋਂ ਬਾਅਦ ਅੱਗੇ ਅਸੀਂ ਗੱਲ ਕਰਾਂਗੇ ਸਾਡਾ ਭੂ ਆਕ੍ਰਿਤਿਕ ਤੌਰ ਤੇ ਭਾਰਤ ਹੈ ਜਿਹੜਾ ਉਹ ਮੁੱਖ ਰੂਪ ਵਿੱਚ 5 ਭਾਗਾਂ ਵਿੱਚ ਅਸੀਂ ਉਹਨੂੰ ਵੰਡ ਸਕਦੇ ਹਾਂ। ਪਹਿਲਾਂ ਅਸੀਂ ਲਵਾਂਗੇ ਵਿਸ਼ਾਲ ਹਿਮਾਲਿਆ ਪਰਬਤ, ਉੱਤਰ ਦੇ ਵਿਸ਼ਾਲ ਮੈਦਾਨ ਤੇ ਮਾਰੂਥਲ, ਪ੍ਰਾਇਦੀਪੀ ਪਠਾਰ, ਤੱਟ ਦੇ ਮੈਦਾਨ ਤੇ ਭਾਰਤੀ ਦੀਪ ਸਮੂਹ। ਇਹ ਤੋਂ ਬਾਅਦ ਅਸੀਂ ਹਿਮਾਲਿਆ ਪਰਬਤ ਦੀ ਸਿਰਜਣਾ ਦੀ ਗੱਲ ਕਰਾਂਗੇ। ਇਹਦੀ ਜਿਹੜੀ ਸਿਰਜਣਾ ਹੈ ਬੱਚਿਓ ਟੈਕਟੋਨਿਕ ਕਿਰਿਆਵਾਂ ਨਾਲ ਹੋਈ ਹੈ। ਜਿੱਥੇ ਅੱਜ ਕੱਲ੍ਹ ਹਿਮਾਲਿਆ ਉੱਥੇ 12 ਕਰੋੜ ਸਾਲ ਪਹਿਲਾਂ ਘੱਟ ਡੂੰਘਾ ਪਰ ਵਿਸ਼ਾਲ ਸਾਗਰ ਸੀ ਜਿਸ ਦਾ ਨਾਮ ਸੀ ਟੈਥੀਜ਼। ਇਸ ਦੇ ਉੱਤਰ ਵੱਲ ਯੂਰੇਸ਼ੀਆ ਤੇ ਦੱਖਣ ਵੱਲ ਗੌਂਡਵਾਨਾ ਲੈਂਡ ਦੇ ਭੂ ਭਾਗ ਸਨ। ਇਹਨਾਂ ਦੋਨੇ ਭੂ ਭਾਗਾਂ ਤੋਂ ਟੈਥੀਜ਼ ਵਿੱਚ ਡਿੱਗਣ ਵਾਲੀਆਂ ਨਦੀਆਂ ਜਲੌੜ ਦਾ ਨਿਖੇਪ ਕਰਦੀਆਂ ਸੀ ਅਤੇ ਗੌਂਡਵਾਨਾ ਲੈਂਡ ਦੇ ਉੱਤਰ ਪੱਛਮ ਦਿਸ਼ਾ ਵਿੱਚ ਖਿਸਕਣ ਨਾਲ ਟੈਥੀਜ਼ ਵਿੱਚ ਜਮ੍ਹਾਂ ਹੋਇਆ ਜਲੌੜ ਉੱਪਰ ਉੱਠਣ ਨਾਲ ਹਿਮਾਲਿਆ ਦਾ ਜਨਮ ਹੋਇਆ। ਭਾਰਤੀ ਭੂਗੋਲਿਕ ਪਲੇਟ ਹੈ ਜਿਹੜੀ ਹਾਲੇ ਵੀ ਯੂਰੇਸ਼ੀਅਨ ਪਲੇਟ ਦੇ ਥੱਲੇ ਜਾ ਰਹੀ ਹੈ। ਇਸਦੇ ਸਿੱਟੇ ਵਜੋਂ ਹਿਮਾਲਿਆ ਪਰਬਤ ਹਰ ਸਾਲ 5 ਤੋਂ 10 ਸੈਂਟੀਮੀਟਰ ਉੱਚੇ ਆ ਜਿਹੜੇ ਉਹ ਉੱਠ ਸਕਦੇ ਆ। ਹਿਮਾਲਿਆ ਪਰਬਤ ਸੰਸਾਰ ਦੇ ਸਭ ਤੋਂ ਉੱਚੇ ਤੇ ਜਵਾਨ ਬਲਨ ਪਰਬਤ ਨੇਗੇ। ਇਹਨਾਂ ਨੂੰ ਅਸੀਂ ਅੱਗੇ ਵੀ ਤੁਸੀਂ ਤਸਵੀਰ ਦੇ ਵਿੱਚ ਬੱਚਿਓ ਇਹਨਾਂ ਦੀ ਬਣਨ ਦੀ ਪ੍ਰਕਿਰਿਆ ਜਿਹੜੀ ਉਹ ਦੇਖ ਸਕਦੇ ਹੋਗੇ। ਅੱਗੇ ਵੀ ਅਸੀਂ ਇਹਨਾਂ ਨੂੰ ਕਈ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ ਜਿਵੇਂ ਟਰਾਂਸ ਹਿਮਾਲਿਆ, ਉੱਚਤਮ ਜਾਂ ਮਹਾਨ ਹਿਮਾਲਿਆ, ਛੋਟਾ ਜਾਂ ਮੱਧ ਹਿਮਾਲਿਆ, ਬਾਹਰੀ ਹਿਮਾਲਿਆ ਜਾਂ ਸ਼ਿਵਾਲਿਕ ਸ਼੍ਰੇਣੀ ਤੇ ਪਹਾੜੀ ਸ਼ਾਖਾਵਾਂ। ਇਹਦੇ ਵਿੱਚ ਅਸੀਂ ਦੱਸ ਸਕਦੇ ਹਾਂ ਟਰਾਂਸ ਹਿਮਾਲਿਆ ਉਹਦੀ ਲੰਬਾਈ 970 ਕਿਲੋਮੀਟਰ ਤੇ ਉਚਾਈ ਹੈ ਜਿਹੜੀ ਉਹ 6100 ਕਿਲੋਮੀਟਰ ਹੈ। ਜਾਸਕਰ, ਕਰਾਕੁਰਮ, ਲਦਾਖ ਅਤੇ ਕੈਲਾਸ਼ ਪਰਬਤ K2 ਉਹ ਆ ਜਾਂਦੇ ਨੇ। ਮਹਾਨ ਹਿਮਾਲਿਆ ਦੇ ਵਿੱਚ ਮਾਊਂਟ ਐਵਰੈਸਟ, ਕੰਚਨਜੰਗਾ ਤੇ ਬੁਰਜਿਲ ਜੋਜੀਲਾ, ਲਾਪਕਲਾ, ਨਾਥੂਲਾ, ਸ਼ਿਪਕੀਲਾ ਜਾਂ ਲੇਪਲਾ ਇਹ ਦਰੇ ਆ ਜਾਂਦੇ ਨੇ। ਅੱਗੇ ਛੋਟਾ ਹਿਮਾਲਿਆ ਜਿਹੜਾ ਸਾਡਾ ਉਹ 'ਚ ਸ਼ਿਮਲਾ, ਸ਼੍ਰੀਨਗਰ, ਮਨਸੂਰੀ, ਨੈਨੀਤਾਲ, ਦਾਰਜਲਿੰਗ ਇਹ ਆ ਜਾਂਦੇ ਨੇ। ਇਹਦੀਆਂ ਜ਼ਿਆਦਾਤਰ ਚੋਟੀਆਂ ਨੇ ਬੱਚਿਓ ਜਿਹੜੀਆਂ ਉਹ ਬਰਫ਼ ਨਾਲ ਹੀ ਢਕੀਆਂ ਰਹਿੰਦੀਆਂ ਨੇਗੀਆਂ। ਅੱਗੇ ਸਾਡੀਆਂ ਪਹਾੜੀ ਸ਼ਾਖਾਵਾਂ ਆ ਗਈਆਂ। ਇਹਨਾਂ ਦੇ ਵਿੱਚ ਅਸੀਂ ਕਹਾਂਗੇ ਪੂਰਬੀ ਸ਼ਾਖਾਵਾਂ ਤੇ ਪੱਛਮੀ ਸ਼ਾਖਾਵਾਂ ਜਿਹਦੇ ਵਿੱਚ ਸਾਡੇ ਕੋਲ ਗਾਰੋ, ਖਾਸੀ, ਜੈਂਤੀਆ, ਨਾਗਾ ਪਰਬਤ, ਬਰੇਲ ਆ ਗਏ ਤੇ ਪਹਾੜੀ ਪੱਛਮੀ ਸ਼ਾਖਾਵਾਂ ਦੇ ਵਿੱਚ ਸਾਡੇ ਕੋਲ ਪਾਕਿਸਤਾਨ, ਸੁਲੇਮਾਨ, ਅਫਗਾਨਿਸਤਾਨ, ਹਿੰਦੂ ਕਸ਼ ਇਹ ਆ ਗਏ। ਅੱਗੇ ਅਸੀਂ ਬੱਚਿਓ ਹਿਮਾਲਿਆ ਦੇ ਲਾਭ ਦੀ ਗੱਲ ਕਰਾਂਗੇ ਵੀ ਸਾਨੂੰ ਹਿਮਾਲਿਆ ਦਾ ਸਾਡੇ ਤੇ ਕੀ ਅਸਰ ਹੈ, ਸਾਨੂੰ ਕੀ ਉਹਦੇ ਫਾਇਦੇ ਹੁੰਦੇ ਨੇ। ਸਾਨੂੰ ਦੇਸ਼ ਦੀ ਸਾਡੇ ਦੀ ਸੁਰੱਖਿਆ ਕਰਦਾ, ਸਾਨੂੰ ਇਹ ਤੋਂ ਖਣਿਜ ਪਦਾਰਥ ਮਿਲਦੇ ਨੇ, ਕੁਦਰਤੀ ਜਲ ਦੀ ਪ੍ਰਾਪਤੀ ਹੁੰਦੀ ਹੈ, ਚਾਹ ਦੀ ਖੇਤੀ ਹੋ ਸਕਦੀ ਹੈ ਇੱਥੇ ਬੱਚਿਓ, ਲੱਕੜ ਅਤੇ ਜੜੀ ਬੂਟੀਆਂ ਮਿਲਦੀਆਂ ਨੇ, ਸਾਨੂੰ ਦਵਾਈਆਂ ਮਿਲਦੀਆਂ ਨੇ, ਸੁੰਦਰ ਸਿਹਤ ਵਰਧਕ ਸਥਾਨ ਮਿਲਦੇ ਨੇ ਇੱਥੋਂ ਸਾਨੂੰ। ਅੱਗੇ ਅਸੀਂ ਗੱਲ ਕਰਾਂਗੇ ਬੱਚਿਓ ਸਾਡੇ ਉੱਤਰੀ ਵਿਸ਼ਾਲ ਦੇ ਮੈਦਾਨਾਂ ਦੀ ਗੱਲ ਕਰਾਂਗੇ।
ਮੈਦਾਨ ਹੈ ਜਿਹੜੇ ਸਾਡੇ ਕੋਲੇ ਧਰਾਤਲੀ ਵਿਸ਼ੇਸ਼ਤਾ ਦੇ ਵਿੱਚ ਸਾਡੇ ਕੋਲੇ ਸਮਤਲ ਮੈਦਾਨ ਵੀ ਆ ਜਾਂਦੇ ਆ ਜਿਹੜੇ ਪੱਧਰੇ ਤੇ ਇਕਸਾਰ ਹੁੰਦੇ ਆ। ਦਰਿਆਈ ਜਾਲ ਜਿੱਥੇ ਦਰਿਆਵਾਂ, ਨਦੀਆਂ ਤੇ ਚੋਆਂ ਦਾ ਜਾਲ ਵਿਛਿਆ ਹੋਇਆ। ਭੂ ਆਕਾਰ ਇਹ ਨਿਖੇਪਣ ਕਿਰਿਆਵਾਂ ਰਾਹੀਂ ਪੌੜੀਆਂ, ਕੁਦਰਤੀ ਬੰਦ ਜਾਂ ਹੜ੍ਹ ਦੇ ਮੈਦਾਨਾਂ ਨਾਲ। ਮੈਦਾਨੀ ਤਲਛਟ ਇਹ ਤਹਿਆਂ ਦਾ ਲੰਬੇ ਸਮੇਂ ਤੱਕ ਨਿਖੇਪ ਹੋਣਾ। ਇਹਦੇ ਚੀਕਣੀ ਮਿੱਟੀ ਹੁੰਦੀ ਹੈ। ਅੱਗੇ ਦੀ ਆ ਗਈ ਧਰਾਤਲੀ ਭਿੰਨਤਾ। ਇਹਦੇ ਵਿੱਚ ਸਾਡੇ ਕੋਲੇ ਆ ਗਏ ਖਾਡਰ ਦੇ ਮੈਦਾਨ, ਬਾਂਗਰ ਦੇ ਮੈਦਾਨ, ਭਾਬਰ ਦੇ ਮੈਦਾਨ, ਤਰਾਈ ਦੇ ਮੈਦਾਨ ਤੇ ਬੰਜਰ ਮੈਦਾਨ। ਖਾਡਰ ਦੇ ਮੈਦਾਨ ਹੁੰਦੇ ਆ ਬੱਚਿਓ ਜਿਹੜੇ ਦਰਿਆਵਾਂ ਦੇ ਆਸ-ਪਾਸ ਹੋਣ। ਇਹ ਉੱਤਰ ਪ੍ਰਦੇਸ਼, ਬਿਹਾਰ ਤੇ ਪੱਛਮੀ ਬੰਗਾਲ ਵਿੱਚ ਨੇ ਜ਼ਿਆਦਾਤਰ। ਬਾਂਗਰ ਦੇ ਮੈਦਾਨ ਹੜ੍ਹਾਂ ਰਾਹੀਂ ਦਰਿਆਵਾਂ ਦਾ ਪਾਣੀ ਨਹੀਂ ਪਹੁੰਚਦਾ, ਪੰਜਾਬ, ਹਰਿਆਣਾ। ਅੱਗੇ ਆ ਗਏ ਭਾਂਬਰ ਦੇ ਮੈਦਾਨ, ਦਰਿਆਵਾਂ ਰਾਹੀਂ ਲਿਆਂਦੀ ਰੇਤ, ਕੰਕਰ ਤੇ ਪਹਾੜੀ ਖੇਤਰਾਂ ਦੇ ਨੇੜੇ ਹੁੰਦੇ ਨੇ। ਤੇ ਤਰਾਈ ਦੇ ਮੈਦਾਨ ਇਹ ਦਲਦਲੀ ਖੇਤਰ ਹੁੰਦੇ ਨੇਗੇ। ਬੰਜਰ ਦੇ ਮੈਦਾਨ ਇਹਨਾਂ ਦੀ ਉਪਜਾਊ ਸ਼ਕਤੀ ਹੈ ਜਿਹੜੀ ਉਹ ਨਾ ਦੇ ਬਰਾਬਰ ਹੁੰਦੀ ਹੈ। ਅੱਗੇ ਸਾਡੇ ਕੋਲੇ ਇਹਨਾਂ ਦੀ ਵੰਡ ਆ ਗਈ। ਇਹ ਪੰਜਾਬ, ਹਰਿਆਣੇ ਦੇ ਮੈਦਾਨ ਨੇ, ਥਾਰ ਮਾਰੂਥਲ ਦੇ ਮੈਦਾਨ ਨੇ ਤੇ ਇਹਦੇ ਵਿੱਚ ਗੰਗਾ ਦੇ ਮੈਦਾਨ ਨੇ। ਹੁਣ ਅੱਗੇ ਅਸੀਂ ਆ ਤਸਵੀਰ ਦੇ ਵਿੱਚ ਮੈਦਾਨਾਂ ਦੀਆਂ ਖੇਤਰੀ ਭਿੰਨਤਾਵਾਂ ਇਹਦੇ ਬਾਰੇ ਜਿਹੜਾ ਸਾਡੇ ਕੋਲ ਮਾਈਂਡ ਮੈਪ ਵੀ ਬਣਿਆ ਹੋਇਆ ਤੇ ਤਸਵੀਰਾਂ 'ਚ ਵੀ ਤੁਸੀਂ ਦੇਖ ਸਕਦੇ ਹੋ। ਇਹਦੀ ਚਰਚਾ ਕਰਾਂਗੇ। ਬਣਤਰ ਦੇ ਅਨੁਸਾਰ ਦੱਸਿਆ ਇਹਨਾਂ ਨੇ ਸਾਨੂੰ ਤੇ ਖੇਤਰੀ ਵੰਡ ਹੈ। ਉਦੋਂ ਬਾਅਦ ਸਿੰਧ ਦੇ ਮੈਦਾਨ ਨੇ, ਗੰਗਾ ਦੇ, ਫਿਰ ਬ੍ਰਹਮਪੁੱਤਰ ਦੇ ਮੈਦਾਨ, ਗੰਗਾ ਦੇ ਮੈਦਾਨਾਂ ਨੂੰ ਅੱਗੇ ਦੱਸਿਆ ਹੈਗਾ। ਇਹ ਮਾਈਂਡ ਮੈਪ ਆ ਜਿਹੜਾ ਤੁਸੀਂ ਇਹਨੂੰ ਸਮਝ ਲੈਣਾ ਬੱਚਿਓ। ਅੱਗੇ ਅਸੀਂ ਬੱਚਿਓ ਪ੍ਰਾਇਦੀਪੀ ਪਠਾਰਾਂ ਦੀ ਗੱਲ ਕਰਾਂਗੇ। ਇਹ ਭਾਰਤ ਦਾ ਸਾਡਾ ਤੀਸਰਾ ਪ੍ਰਮੁੱਖ ਭੂ-ਭਾਗ ਮੱਧ ਤੇ ਦੱਖਣੀ ਭਾਰਤ ਦਾ ਪਠਾਰੀ ਇਲਾਕਾ ਹੈ। ਇਹ ਖੇਤਰ ਇਕੱਠਾ ਜਾਂ ਇੱਕ ਟੱਕ ਨਹੀਂ ਹੈ, ਸਗੋਂ ਆਪਣੀ ਵੱਖੋ ਵੱਖਰੀ ਪਛਾਣ ਰੱਖਦਾ ਹੈ। ਇਹਦੇ ਵਿੱਚ ਸਾਡੇ ਕੋਲੇ ਮਾਲਵੇ ਦੀ ਪਠਾਰ ਅਤੇ ਦੱਖਣ ਦੀ ਪਠਾਰ ਆ ਜਿਹੜੀ ਉਹ ਆ ਜਾਂਦੀ ਹੈ। ਇਹਦੇ ਵਿੱਚ ਅੱਗੇ ਅਸੀਂ ਮਾਲਵੇ ਦੀ ਪਠਾਰ 'ਚ ਅਰਾਵਲੀ, ਵਿੰਧਿਆਚਲ ਤੇ ਲਾਵੇ ਦੀਆਂ ਬਣੀਆਂ ਸੱਤਪੁੜੀ ਪਹਾੜੀਆਂ। ਦੱਖਣ ਦੀ ਪਠਾਰ ਵਿੱਚ ਸਾਡੇ ਕੋਲੇ ਮਹਾਰਾਸ਼ਟਰ, ਟੇਬਲਲੈਂਡ, ਦੱਖਣੀ ਪਹਾੜੀ, ਪੂਰਬੀ ਘਾਟ, ਪੱਛਮੀ ਘਾਟ ਤੇ ਦੰਡ ਕਰਿਆਨਾ, ਛੱਤੀਸਗੜ੍ਹ, ਤੇਲੰਗਾਨਾ ਦੀ ਪਠਾਰ ਤੇ ਕਰਨਾਟਕਾ ਦੀ ਪਠਾਰ ਆ ਜਿਹੜੇ ਸਾਡੇ ਕੋਲੇ ਆ ਜਾਂਦੇ ਨੇ ਬੱਚਿਓ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਤੱਟ ਦੇ ਮੈਦਾਨਾਂ ਦੀ। ਤੱਟ ਦੇ ਮੈਦਾਨਾਂ ਵਿੱਚ ਸਾਡੇ ਕੋਲੇ ਪੱਛਮੀ ਤੱਟਵਰਤੀ ਨੇ ਤੇ ਪੂਰਬੀ ਤੱਟਵਰਤੀ ਨੇ ਮੈਦਾਨ। ਪੱਛਮੀ ਤੱਟਵਰਤੀ ਵਿੱਚ ਅਸੀਂ ਗੁਜਰਾਤ ਤੱਟਵਰਤੀ, ਕੋਂਕਣ ਤੱਟਵਰਤੀ, ਮਾਲਾਬਾਰ ਤੱਟਵਰਤੀ ਤੇ ਕੇਰਲ ਦੇ ਤੱਟਵਰਤੀ। ਪੂਰਬੀ ਤੱਟਵਰਤੀ 'ਚ ਸਾਡੇ ਕੋਲੇ ਉੱਤਰੀ ਤੱਟਵਰਤੀ ਅਤੇ ਦੱਖਣੀ ਤੱਟਵਰਤੀ। ਅੱਗੇ ਸਾਡੇ ਕੋਲੇ ਭਾਰਤੀ ਦੀਪ ਸਮੂਹ ਆ ਗਏ ਸਾਡੇ। ਇਹਨਾਂ ਦੀ ਕੁੱਲ ਗਿਣਤੀ ਹੈ ਜਿਹੜੀ ਸਾਡੇ ਕੋਲੇ ਉਹ 267 ਹੈਗੀ। ਇਸ ਵਿੱਚ ਬੰਗਾਲ ਦੀ ਖਾੜੀ, ਅੰਡੇਮਾਨ ਨਿਕੋਬਾਰ ਤੇ ਅਰਬ ਸਾਗਰ ਵਿੱਚ ਲਕਸ਼ਦੀਪ ਨੇ। ਅਰਬ ਸਾਗਰ ਵਿੱਚ ਲਕਸ਼ਦੀਪ ਟਾਪੂ ਸਮੂਹ ਹੈ। ਇਹਨਾਂ ਦੀ ਕੁੱਲ ਗਿਣਤੀ ਹੈ ਜਿਹੜੀ ਉਹ 34 ਹੈ ਬੱਚਿਓ। ਇਹ ਤੱਟ ਤੋਂ ਦੂਰ ਦੇ ਟਾਪੂ ਤੇ ਤੱਟ ਤੋਂ ਨੇੜਲੇ ਟਾਪੂ ਆ ਜਿਹੜਾ ਇਹਨਾਂ ਦਾ ਮਾਈਂਡ ਮੈਪ ਆ ਜਿਹੜਾ ਅਸੀਂ ਬਣਾ ਸਕਦੇ ਹਾਂ ਬੱਚਿਓ। ਤੁਸੀਂ ਨਕਸ਼ੇ ਆ ਜਿਹੜੇ ਤੁਹਾਨੂੰ ਭਰ ਕੇ ਦਿੱਤੇ ਹੋਏ ਆ, ਤੁਸੀਂ ਇਹਨਾਂ ਨੂੰ ਦੇਖ ਕੇ ਆਪਣੇ ਨਕਸ਼ੇ ਆ ਜਿਹੜੇ ਉਹ ਕੰਪਲੀਟ ਕਰ ਲੈਣੇ ਨੇ ਬੱਚਿਓ। ਇਹਦੇ ਵਿੱਚ ਅਸੀਂ ਦੱਸਿਆ ਪਰਬਤੀ ਚੋਟੀਆਂ, ਪਰਬਤ ਸ਼੍ਰੇਣੀਆਂ, ਲੜੀਆਂ, ਇਹ ਸਾਰੀਆਂ ਆ ਗਈਆਂ ਜਿਹੜੀਆਂ ਤੁਹਾਨੂੰ ਪੁੱਛੀਆਂ ਗਈਆਂ ਨੇ। ਅਗਲੇ ਨਕਸ਼ੇ ਦੇ ਵਿੱਚ ਸਾਡੇ ਕੋਲੇ ਆ ਗਏ 5 ਪ੍ਰਮੁੱਖ ਦਰੇ ਆ ਗਏ ਤੇ 3 ਪਠਾਰੀ ਖੇਤਰ ਆ ਗਏ ਜਿਹੜੇ ਤੁਹਾਨੂੰ ਪੁੱਛੇ ਗਏ ਆ। ਇਹਨਾਂ ਨੂੰ ਵੀ ਤੁਸੀਂ ਆਪਣੇ ਨਕਸ਼ੇ ਦੇ ਵਿੱਚ ਜਿਹੜਾ ਭਰ ਲੈਣਾ ਹੈ। ਇਸ ਤੋਂ ਬਾਅਦ ਆ ਬੱਚਿਓ ਜਿਹੜਾ ਸਾਡੇ ਕੋਲੇ ਉਹ ਆ ਗਏ ਸਾਡੇ ਪ੍ਰਸ਼ਨ ਉੱਤਰ। ਇਹਨਾਂ ਵਿੱਚ ਬੱਚਿਓ ਆ ਗਏ ਭਾਰਤ ਨੂੰ ਭੂ ਆਕ੍ਰਿਤਿਕ ਦੇ ਆਧਾਰ ਤੇ ਵੰਡ ਕੇ 2 ਭਾਗਾਂ ਦੇ ਨਾਂ ਲਿਖੋ। ਅਗਲਾ ਪ੍ਰਸ਼ਨ ਹੈ ਜੇ ਤੁਸੀਂ ਗੁਰੂ ਸ਼ਿਖਰ ਉੱਤੇ ਹੋਵੋ ਤਾਂ ਤੁਸੀਂ ਕਿਹੜੀ ਪਹਾੜੀ ਲੜੀ ਵਿੱਚ ਹੋਵੋਗੇ। ਭਾਰਤੀ ਉੱਤਰੀ ਮੈਦਾਨ ਦੀ ਮੋਟੇ ਤੌਰ ਤੇ ਲੰਬਾਈ ਚੌੜਾਈ ਕਿੰਨੀ ਹੈ। ਭਾਰਤੀ ਟਾਪੂਆਂ ਨੂੰ ਕਿਹੜੇ ਕਿਹੜੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਮੈਦਾਨੀ ਭਾਗ ਨਹੀਂ ਹੈ। ਇਹਨਾਂ ਵਿੱਚੋਂ ਕਿਹੜੀ ਝੀਲ ਨਹੀਂ ਹੈ। ਇਹਨਾਂ ਵਿੱਚੋਂ ਕਿਹੜਾ ਨਾਂ ਬਾਕੀਆਂ ਨਾਲੋਂ ਵੱਖਰੀ ਪਛਾਣ ਵਾਲਾ ਹੈ। ਕਿਹੜੀ ਪਰਬਤ ਸ਼੍ਰੇਣੀ ਹਿਮਾਲਿਆ ਨਹੀਂ ਹੈ। ਇਹ ਬੱਚਿਓ ਤੁਹਾਡੇ 1 ਤੋਂ 2 ਸ਼ਬਦਾਂ ਵਾਲੇ ਜਿਨ੍ਹਾਂ ਦੇ ਵਾਕਾਂ ਦੇ ਵਿੱਚ ਤੁਸੀਂ ਉੱਤਰ ਦੇਣਾ ਸੀ, ਛੋਟੇ ਪ੍ਰਸ਼ਨ ਸੀ। ਹੁਣ ਤੁਹਾਡੇ ਅਗਲੇ ਪ੍ਰਸ਼ਨ ਨੇ ਜਿਨ੍ਹਾਂ ਦਾ ਸੰਖੇਪ ਤੁਸੀਂ ਉੱਤਰ ਦੇਣਾ ਹੈਗਾ। ਇਹ ਹੈ ਤੁਹਾਡਾ ਪਹਿਲਾ ਪ੍ਰਸ਼ਨ ਬੱਚਿਓ, ਹਿਮਾਲਿਆ ਪਰਬਤ ਦੀ ਸਿਰਜਣਾ ਤੇ ਨੋਟ ਲਿਖੋ। ਖਾਡਰ ਦੇ ਮੈਦਾਨਾਂ ਬਾਰੇ ਦੱਸੋ, ਇਹ ਬੇਟ ਨਾਲੋਂ ਕਿਵੇਂ ਵੱਖਰੇ ਨੇ। ਮੱਧ ਹਿਮਾਲਿਆ ਬਾਰੇ ਇੱਕ ਨੋਟ ਲਿਖੋ।
ਇਹਦੇ ਨੀਚੇ ਬੱਚੋ ਵੀਡੀਓ ਦੇ ਨੀਚੇ ਲਾਲ ਅੱਖਰਾਂ ਦੇ ਵਿੱਚ ਸਬਸਕ੍ਰਾਈਬ ਆ ਜਿਹੜਾ ਉਹ ਲਿਖਿਆ ਆ ਰਿਹਾ ਹੋਣਾ, ਉਹਨੂੰ ਤੁਸੀਂ ਕਲਿੱਕ ਕਰ ਲੈਣਾ। ਉਹਨੂੰ ਕਲਿੱਕ ਕਰਨ ਦੇ ਨਾਲ ਹੀ ਸਾਹਮਣੇ ਘੰਟੀ ਦਾ ਨਿਸ਼ਾਨ ਆ ਜਾਏਗਾ, ਬੈਲ ਦਾ ਆਈਕਨ, ਉਹ 'ਤੇ ਕਲਿੱਕ ਕਰ ਦੇਣਾ ਹੈ। ਇਹਦੇ ਨਾਲ ਹੈ ਜਿਹੜਾ ਤੁਹਾਨੂੰ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰਾਂਗੇ ਉਹਦਾ ਨੋਟੀਫਿਕੇਸ਼ਨ ਹੈ ਜਿਹੜਾ ਉਹ ਤੁਹਾਡੇ ਕੋਲ ਪਹੁੰਚ ਜੂਗਾ, ਔਰ ਤੁਸੀਂ ਆਰਾਮ ਨਾਲ ਜਿਹੜੇ ਆਪਣੇ ਪ੍ਰਸ਼ਨ ਉੱਤਰ ਨੇ ਉਹਨਾਂ ਨੂੰ ਕਰ ਸਕਦੇ ਹੋ। ਤੁਹਾਨੂੰ ਵੀਡੀਓ ਨੂੰ ਇੱਧਰੋਂ ਉੱਧਰੋਂ ਲੱਭਣ ਦੀ ਜ਼ਰੂਰਤ ਨਹੀਂ ਪੈਣੀ। ਅਗਲਾ ਪ੍ਰਸ਼ਨ ਹੈ ਬੱਚੋ, ਪੂਰਬੀ ਅਤੇ ਪੱਛਮੀ ਘਾਟਾਂ ਵਿੱਚ ਕੀ ਅੰਤਰ ਹਨ? ਇਸ ਤੋਂ ਅਗਲਾ ਪ੍ਰਸ਼ਨ ਹੈ, ਭਾਰਤੀ ਦੀਪ ਸਮੂਹਾਂ ਦਾ ਵਰਗੀਕਰਨ ਕਰੋ ਅਤੇ ਟਾਪੂਆਂ ਦੇ ਨਾਮ ਲਿਖੋ। ਜੇਕਰ ਬੱਚੋ ਤੁਹਾਥੋਂ ਜਲਦੀ ਦੇ ਵਿੱਚ ਨੋਟ ਨਹੀਂ ਹੁੰਦਾ ਤਾਂ ਤੁਸੀਂ ਵੀਡੀਓ ਦੇ ਉੱਪਰ ਕਲਿੱਕ ਕਰਕੇ ਤੁਸੀਂ ਇਹਨੂੰ ਪੌਜ਼ ਕਰ ਸਕਦੇ ਹੋ ਔਰ ਆਪਣੇ ਪ੍ਰਸ਼ਨਾਂ ਦੇ ਉੱਤਰ ਆ ਜਿਹੜੇ ਉਹਨਾਂ ਨੂੰ ਆਰਾਮ ਨਾਲ ਨੋਟ ਕਰ ਸਕਦੇ ਹੋ। ਅਗਲਾ ਸਾਡੇ ਕੋਲ 6ਵਾਂ ਪ੍ਰਸ਼ਨ ਹੈ ਬੱਚੋ, ਭਾਬਰ ਅਤੇ ਤਰਾਈ ਵਿੱਚ ਅੰਤਰ ਸਪਸ਼ਟ ਕਰੋ। ਇਹ ਸੀ ਸਾਡੇ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਬੱਚਿਓ। ਹੁਣ ਸਾਡੇ ਕੋਲ ਆ ਗਏ ਵੱਡੇ ਪ੍ਰਸ਼ਨ ਜਿਨ੍ਹਾਂ ਦਾ ਉੱਤਰ ਆ ਜਿਹੜਾ ਅਸੀਂ ਉਹ ਵਿਸਤਾਰ ਪੂਰਵਕ ਦੇਣਾ ਹੈਗਾ। ਪਹਿਲਾ ਪ੍ਰਸ਼ਨ ਆ ਸਾਡੇ ਕੋਲ, ਪ੍ਰਾਇਦੀਪੀ ਪਠਾਰਾਂ ਅਤੇ ਉਹਨਾਂ ਦੀਆਂ ਪਰਬਤ ਲੜੀਆਂ ਬਾਰੇ ਵਿਸਥਾਰ ਵਿੱਚ ਦੱਸੋ। ਅਸੀਂ ਕਰਾਂਗੇ ਮੱਧ ਭਾਰਤ ਦਾ ਪਠਾਰ, ਮਾਲਵਾ ਪਠਾਰ, ਅਰਾਵਲੀ ਪਰਬਤ ਸ਼੍ਰੇਣੀ, ਦੱਖਣ ਦਾ ਪਠਾਰ। ਇਹਦੇ ਵਿੱਚ ਬੱਚੋ ਜਿਹੜੇ ਅਸੀਂ ਤੁਹਾਨੂੰ ਪਹਿਲਾਂ ਵੀਡੀਓ ਵਿੱਚ ਮਾਈਂਡ ਮੈਪ ਕਰਾਉਣੇ ਆ ਉਹਨਾਂ ਨੂੰ ਵੀ ਸੋਹਣੇ ਆਪਣੀਆਂ ਕਾਪੀਆਂ ਦੇ ਉੱਤੇ ਬਣਾ ਲਿਆ ਕਰੋ। ਅਗਲਾ ਤੁਹਾਡਾ ਦੂਜਾ ਪ੍ਰਸ਼ਨ ਹੈ, ਗੰਗਾ ਬ੍ਰਹਮਪੁੱਤਰ ਦੇ ਮੈਦਾਨਾਂ ਦੀ ਬਣਤਰ ਬਾਰੇ ਦੱਸੋ ਅਤੇ ਉਹਨਾਂ ਦੀ ਖੇਤਰੀ ਵੰਡ ਕਰੋ। ਪਹਿਲਾਂ ਆ ਗਏ ਗੰਗਾ ਦੇ ਮੈਦਾਨ ਜਿਨ੍ਹਾਂ ਦੇ ਵਿੱਚ ਅਸੀਂ ਸਥਿਤੀ, ਫਿਰ ਨਦੀਆਂ, ਫਿਰ ਭੂ ਆਕਾਰੀ ਨਾਮ, ਫਿਰ ਉਹਨਾਂ ਦੀ ਢਾਲ ਅਤੇ ਖੇਤਰਫਲ, ਫਿਰ ਉਹਨਾਂ ਦੀ ਖੇਤਰੀ ਵੰਡ। ਖੇਤਰੀ ਵੰਡ ਵਿੱਚ ਆ ਗਿਆ ਉੱਪਰਲੇ ਮੈਦਾਨ, ਮੱਧਵਰਤੀ ਮੈਦਾਨ, ਹੇਠਲੇ ਮੈਦਾਨ ਅਤੇ ਬ੍ਰਹਮਪੁੱਤਰ ਦੇ ਮੈਦਾਨ। ਤੀਜਾ ਪ੍ਰਸ਼ਨ ਆ ਗਿਆ ਬੱਚੋ ਤੁਹਾਡਾ, ਭਾਰਤ ਦੇ ਤੱਟਵਰਤੀ ਮੈਦਾਨਾਂ ਦਾ ਵਰਣਨ ਕਰੋ। ਇਹਨਾਂ ਦੇ ਵਿੱਚ ਅਸੀਂ ਪੱਛਮੀ ਤੱਟੀ ਮੈਦਾਨ ਅਤੇ ਪੂਰਬੀ ਤੱਟੀ ਮੈਦਾਨ ਇਹਨਾਂ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਅਤੇ ਦੋਨਾਂ ਦੇ ਵਿੱਚ ਆ ਜਿਹੜਾ ਫਰਕ ਆ ਜਿਹੜਾ ਉਹ ਅਸੀਂ ਦੱਸ ਦੇਵਾਂਗੇ। ਤੁਸੀਂ ਇਹ ਨੋਟ ਕਰ ਲੈਣਾ ਗਾ। ਇਹਨਾਂ ਪ੍ਰਸ਼ਨਾਂ ਨੂੰ ਨੋਟ ਕਰਨ ਤੋਂ ਬਾਅਦ ਇਹਨਾਂ ਨੂੰ ਥੋੜ੍ਹੇ ਕਰਕੇ ਬੱਚੋ ਇਹਨਾਂ ਦੀ ਦੁਹਰਾਈ ਕਰ ਲਿਆ ਕਰੋ, ਕਿਉਂਕਿ ਫਿਰ ਤੁਹਾਡੇ ਔਨਲਾਈਨ ਟੈਸਟ ਆ ਜਿਹੜੇ ਉਹ ਵੀ ਹੋਣਗੇ। ਅਗਲਾ ਪ੍ਰਸ਼ਨ ਹੈ ਸਾਡਾ ਚੌਥਾ ਜਿਹੜਾ ਉਹ ਹੇਠ ਲਿਖਿਆਂ 'ਤੇ ਨੋਟ ਦਿਓ। ਪਹਿਲਾਂ ਅਸੀਂ ਰਾਜਸਥਾਨ ਦੇ ਮੈਦਾਨ ਅਤੇ ਮਾਰੂਥਲ ਇਹਨਾਂ 'ਤੇ ਨੋਟ ਦੇਣਾ। ਇਹਨਾਂ ਬਾਰੇ ਦੱਸਣਾ ਹੈ ਕਿ ਇਹ ਪੰਜਾਬ ਅਤੇ ਹਰਿਆਣਾ ਦੇ ਦੱਖਣੀ ਭਾਗਾਂ ਤੋਂ ਲੈ ਕੇ ਗੁਜਰਾਤ ਦੇ ਰਨ ਆਫ ਕੱਛ ਤੱਕ ਫੈਲੇ ਹੋਏ ਨੇ। ਇਹਨਾਂ ਨੂੰ ਤੁਸੀਂ ਨੋਟ ਕਰ ਲੈਣਾ ਪੂਰਾ। ਫਿਰ ਅਗਲਾ ਸਾਡੇ ਕੋਲੇ ਆ ਗਿਆ ਬੱਚਿਓ ਮਾਲਵਾ ਦਾ ਪਠਾਰ, ਇਹਨੂੰ ਤੁਸੀਂ ਨੋਟ ਕਰ ਲੈਣਾ ਹੈਗਾ। ਇਸ ਤੋਂ ਬਾਅਦ ਉਹਨਾਂ ਨੇ ਸਾਨੂੰ ਪੁੱਛਿਆ ਹੈਗਾ ਉੱਚਤਮ ਹਿਮਾਲਿਆ ਅਤੇ ਮਹਾਨ ਹਿਮਾਲਿਆ, ਇਹਦੇ ਬਾਰੇ ਜਾਣਕਾਰੀ ਦੇਣੀ ਹੈ ਅਸੀਂ। ਇਹ ਜਾਣਕਾਰੀ ਤੁਸੀਂ ਨੋਟ ਕਰ ਲੈਣੀ ਹੈ। ਅਗਲਾ ਪੰਜਵਾਂ ਪ੍ਰਸ਼ਨ ਆ ਗਿਆ ਸਾਡੇ ਕੋਲੇ, ਹਿਮਾਲਿਆ ਪਰਬਤ ਅਤੇ ਦੱਖਣੀ ਦੀ ਪਠਾਰ ਦੇ ਲਾਭਾਂ ਦੀ ਤੁਲਨਾ ਕਰੋ। ਇਹਨਾਂ ਦੇ ਆਪਸ ਵਿੱਚ ਹੈ ਜਿਹੜੇ ਲਾਭਾਂ ਦੀ ਅਸੀਂ ਤੁਲਨਾ ਕਰਨੀ ਹੈ ਵੀ ਉਹਦੇ ਕੀ ਲਾਭ ਹੈ ਹਿਮਾਲਿਆ ਪਰਬਤ ਦੇ ਅਤੇ ਦੱਖਣ ਦੀ ਪਠਾਰ ਦੇ ਕੀ ਲਾਭ ਨੇ। ਪਹਿਲਾਂ ਅਸੀਂ ਹਿਮਾਲਿਆ ਦੇ ਲਾਭਾਂ ਦੀ ਗੱਲ ਕਰਾਂਗੇ। ਨੰਬਰ 1 ਹੈਗਾ ਵਰਖਾ, ਨੰਬਰ 2 ਹੈ ਲਾਭਦਾਇਕ ਦਰਿਆ, ਨੰਬਰ 3 ਹੈਗਾ ਫਲ ਅਤੇ ਚਾਹ, ਨੰਬਰ 4 ਹੈਗਾ ਲਾਭਕਾਰੀ ਲੱਕੜੀ, ਨੰਬਰ 5 ਹੈਗਾ ਚੰਗੀਆਂ ਚਰਾਦਾਂ, ਨੰਬਰ 6 ਹੈਗਾ ਸਾਡੇ ਕੋਲੇ ਖਣਿਜ ਪਦਾਰਥ ਅਤੇ ਨੰਬਰ 7 ਪੁਆਇੰਟ ਅਸੀਂ ਕਰਾਂਗੇ ਸੈਰ ਸਪਾਟਾ ਸਥਾਨ। ਅਤੇ ਦੱਖਣ ਦੀ ਪਠਾਰ ਦੇ ਲਾਭ ਦੱਸਾਂਗੇ। ਇਹ ਖਣਿਜਾਂ ਦੇ ਨਾਲ ਸੰਪੰਨ ਹੈ। ਇਹਦੀ ਮਿੱਟੀ ਹੈ ਜਿਹੜੀ ਉਹ ਕਪਾਹ, ਚਾਹ, ਰਬੜ, ਗੰਨਾ, ਕਾਫੀ, ਮਸਾਲੇ, ਤੰਬਾਕੂ ਆਦਿ ਉਤਪਾਦਨ ਲਈ ਮਹੱਤਵਪੂਰਨ ਹੈ। ਨਦੀਆਂ ਇੱਥੇ ਝਰਨੇ ਬਣਾਉਂਦੀਆਂ ਨੇ ਜਿਹਦੇ ਨਾਲ ਜਲ ਬਿਜਲੀ ਵੀ ਅਸੀਂ ਪੈਦਾ ਕਰ ਸਕਦੇ ਹਾਂ। ਅਤੇ ਇਸ ਭਾਗ ਵਿੱਚ ਸਾਲ, ਸਾਗਵਾਨ ਅਤੇ ਚੰਦਨ ਆਦਿ ਦੇ ਜੰਗਲ ਆ ਜਿਹੜੇ ਸਾਨੂੰ ਮਿਲਦੇ ਹੈ। ਅਤੇ ਉਟਕਮੰਡ, ਪੰਚਮੜੀ, ਮਹਾਬਲੇਸ਼ਵਰ ਆਦਿ ਸੈਰ ਸਪਾਟਾ ਸਥਾਨ ਨੇਗੇ। ਇਹਦੇ ਨਾਲ ਹੀ ਬੱਚਿਓ ਤੁਹਾਡਾ ਜਿਹੜਾ ਪਾਠ ਹੈ ਉਹ ਸਮਾਪਤ ਹੁੰਦਾ ਹੈ। ਪੂਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ। ਅਗਲੀ ਵੀਡੀਓ ਲੈ ਕੇ ਬੱਚਿਓ ਜਲਦੀ ਹੀ ਮਿਲਦੇ ਹਾਂ।